हाँ जी, वाहिगुरू जी का खालसा वाहिगुरू जी की फतेह। सो अज जदों सवेरे अर्ली मॉर्निंग तकरीबन 5:08 ਦੇ ਉੱਤੇ NIA ਦੀ ਟੀਮ ਦੇ ਵੱਲੋਂ ਤੇ ਕੁਝ ਪੰਜਾਬ ਪੁਲਿਸ ਦੀ ਜੋ ਉਹਨਾਂ ਦਾ ਪ੍ਰੋਟੋਕਾਲ ਹੈ ਉਹਨਾਂ ਦੇ ਵੱਲੋਂ ਅੱਜ ਮੇਰੇ ਘਰੇ ਰੇਡ ਕੀਤੀ ਗਈ ਹੈ। ਸੋ ਇਹ ਰੇਡ ਤਕਰੀਬਨ ਇਨਵੈਸਟੀਗੇਸ਼ਨ ਉਹਨਾਂ ਦੀ 5 ਘੰਟੇ ਤਕਰੀਬਨ ਚੱਲੀ ਹੈ ਔਰ ਆਈ ਥਿੰਕ 9:30 10 ਵਜੇ ਦੇ ਕਰੀਬ ਉਹਨਾਂ ਨੇ ਕਨਕਲੂਡ ਕੀਤੀ ਹੈ ਔਰ ਕਨਕਲੂਡ ਕਰਨ ਦੇ ਦੌਰਾਨ 5 ਘੰਟੇ ਦੇ ਦੌਰਾਨ ਉਹਨਾਂ ਨੇ ਆਫਿਸ ਦੇ ਵਿੱਚ ਘਰ ਵੀ ਵਿਜ਼ਿਟ ਕੀਤੀ ਹੈ ਔਰ ਆਫਿਸ ਦੇ ਵਿੱਚ ਘਰ ਵੀ ਡਾਕੂਮੈਂਟੇਸ਼ਨ ਚੈੱਕ ਕੀਤੀ ਹੈ ਔਰ ਕੁਝ ਦਸਤਾਵੇਜ਼ ਨੇ ਉਹ ਜਿਹੜੇ ਉਹ ਨਾਲ ਲੈ ਕੇ ਗਏ ਨੇ। ਸਵਾਲ ਜਵਾਬ ਕੁਝ ਕਿਸ ਤਰੀਕੇ ਦੇ ਪੁੱਛੇ ਗਏ ਤੁਹਾਨੂੰ? ਦੇਖੋ ਬੇਸਿਕਲੀ ਉਹਨਾਂ ਦਾ ਸਵਾਲ ਜਵਾਬ ਸੀਗੇ ਵੀ ਕੋਈ ਖਾਲਸਾ ਏਡ ਕੋਈ ਐਂਟੀ ਨੈਸ਼ਨਲ ਐਕਟੀਵਿਟੀਜ਼ ਤਾਂ ਨਹੀਂ ਕਰ ਰਹੀ। ਸੋ ਮੈਂ ਜਦੋਂ ਸਵੇਰੇ ਅਰਲੀ ਮਾਰਨਿੰਗ ਉਹਨਾਂ ਨੇ ਘਰੇ ਐਂਟਰ ਕੀਤਾ ਤਾਂ ਓਬਵੀਅਸ ਜੀ ਗੱਲ ਹੈ ਕਿ 5 ਵਜੇ ਅਸੀਂ ਸੋ ਰਹੇ ਸੀ ਕਿਉਂਕਿ ਰਾਤ ਨੂੰ ਮੈਂ 1-2 ਵੱਜ ਰਹੇ ਨੇ ਕਿਉਂਕਿ ਅੱਜ ਪੰਜਾਬ ਦੇ ਵਿਚਕਾਰ ਤੇ ਹਰਿਆਣੇ ਦੇ ਵਿਚਕਾਰ ਜੋ ਹੜ੍ਹਾਂ ਦੀ ਸਿਚੁਏਸ਼ਨ ਹੈ ਉਸਦੇ ਕਰਕੇ ਅਸੀਂ ਬਹੁਤ ਬਿਜ਼ੀ ਚੱਲ ਰਹੇ ਹਾਂ ਔਰ ਸਾਰਿਆਂ ਨੂੰ ਇਹ ਭਲੀ ਭਾਂਤੀ ਸਾਰੇ ਜਾਣੂ ਨੇ ਇਸ ਗੱਲ ਤੋਂ। ਪਰ ਮਤਲਬ 5 ਵਜੇ ਉਹਨਾਂ ਦਾ ਪਹੁੰਚਣਾ ਔਰ ਉਸ ਤੋਂ ਬਾਅਦ ਇਸ ਟਾਈਮ ਦੇ ਉੱਤੇ ਪਹੁੰਚਣਾ ਜਦੋਂ ਸਾਰੀ ਟੀਮਾਂ ਸਾਡੀਆਂ ਮਤਲਬ ਕਿੰਨੇ ਸੈਂਕੜੇ ਵੋਲੰਟੀਅਰ ਸਾਡੇ ਇਸ ਟਾਈਮ ਗਰਾਊਂਡ ਜ਼ੀਰੋ ਦੇ ਉੱਤੇ ਲੱਗੇ ਹੋਏ ਨੇ ਤੇ ਕੁਐਸਚਨ ਇਹ ਸੀਗਾ ਕਿ ਤੁਸੀਂ ਐਂਟੀ ਨੈਸ਼ਨਲ ਐਕਟੀਵਿਟੀਜ਼ ਤਾਂ ਨਹੀਂ ਕਰ ਰਹੇ ਜਾਂ ਤੁਹਾਨੂੰ ਫੰਡਿੰਗ ਕਿੱਥੋਂ ਆਉਂਦੀ ਹੈ ਜਾਂ ਤੁਹਾਡਾ ਰਿਕਾਰਡ ਕੀਪਿੰਗ ਕਿਵੇਂ ਹੈ। ਸੋ ਇਸ ਦੇ ਆਲੇ ਦੁਆਲੇ ਤੁਹਾਡੀ ਟੀਮਸ ਕੌਣ ਨੇ, ਤੁਹਾਡੇ ਨਾਲ ਕੌਣ ਜੁੜੇ ਹੋਏ ਨੇ ਲੋਕ, ਕਿਹੜੇ ਤੁਹਾਨੂੰ ਮੇਨ ਜਿਹੜੇ ਤੁਹਾਡੇ ਮੇਜਰ ਜਿਹੜੇ ਡੋਨਰਸ ਨੇ ਉਹ ਕੌਣ ਨੇ। ਸੋ ਅਸੀਂ ਓਬਵੀਅਸਲੀ ਅਸੀਂ ਵੈਸੇ ਹੀ ਸੰਗਤ ਨੂੰ ਟਾਈਮ ਟੂ ਟਾਈਮ ਹਰ ਇੱਕ ਗੱਲ ਦਾ ਜਿਹੜਾ ਟਰਾਂਸਪੇਰੈਂਸੀ ਰੱਖਦੇ ਹਾਂ, ਬਿਲਕੁਲ ਬਲੈਕ ਐਂਡ ਵਾਈਟ ਚੱਲਦੇ ਹਾਂ। ਪਰ ਜੋ ਵੀ ਉਹਨਾਂ ਦੇ ਕੁਐਰੀ ਸੀਗੀਆਂ ਮੈਂ ਹਰ ਇੱਕ ਜੋ ਜਵਾਬ ਮੇਰੇ ਕੋਲੇ ਸੀਗੇ ਮੈਂ ਘਰ ਬੁਲਾਇਆ ਗਿਆ। ਇਹ ਜਿਹੜੇ ਸਵਾਲ ਸੀਗੇ ਤੁਹਾਡੇ ਪਰਸਨਲ ਰਿਲੇਟਡ ਜ਼ਿਆਦਾ ਸੀਗੇ ਖਾਲਸਾ ਏਡ ਨਾਲ ਜ਼ਿਆਦਾ ਸਵਾਲ ਸੀ? ਨਹੀਂ, ਮੈਂ ਅਮਰਪ੍ਰੀਤ ਇਕੱਲਾ ਤਾਂ ਹੈ ਹੀ ਨਹੀਂ ਜਿਹਨਾਂ ਨੇ ਕੁਛ ਜੇ ਅੱਜ ਖਾਲਸਾ ਏਡ ਇੰਡੀਆ ਦੇ ਵਿੱਚ ਘਰ ਚੱਲ ਰਹੀ ਹੈ। ਸੋ ਮੇਰਾ ਮਤਲਬ ਪੂਰੀ ਲਾਈਫ ਹੀ ਖਾਲਸਾ ਏਡ ਨੂੰ ਡੈਡੀਕੇਟਿਡ ਆ। ਸੋ ਮੈਂ ਪ੍ਰੋਫੈਸ਼ਨਲੀ ਪਾਇਲਟ ਹਾਂ ਬਟ ਮੈਂ ਸਾਰਿਆਂ ਨੂੰ ਪਬਲਿਕਲੀ ਔਰ ਮੀਡੀਆ ਦੇ ਉੱਤੇ ਵੀ ਬਹੁਤ ਵਾਰ ਇੰਟਰਵਿਊਜ਼ ਕੀਤੀਆਂ ਕਿ ਮੈਂ ਫੁੱਲ ਟਾਈਮ ਅਗਰ ਖਾਲਸਾ ਏਡ ਨੂੰ ਡਿਵੈਲਪ ਕਰ ਰਹੇ ਹਾਂ ਔਰ ਇਸ ਨੂੰ ਗਰੋ ਕਰ ਰਹੇ ਹਾਂ। ਸੋ ਫਰੋਮ ਦਾ 2014 ਅਸੀਂ ਇਸ ਚੀਜ਼ ਨੂੰ ਖਾਲਸਾ ਏਡ ਨੂੰ ਡਿਵੈਲਪ ਹੀ ਕੀਤਾ ਔਰ ਅੱਜ ਅਗਰ ਲੋਕਾਂ ਦੇ ਵਿਚਕਾਰ ਉਹ ਪਹਿਚਾਣ ਬਣੀ ਹੈ। ਸੋ ਇਸ 'ਚ ਅਮਰਪ੍ਰੀਤ ਇੰਡੀਵਿਜੂਅਲ ਲੈਵਲ ਤੇ ਕੁਝ ਨਹੀਂ ਹੈ। ਜੇ ਫੰਡਿੰਗ ਨੂੰ ਲੈ ਕੇ ਸਵਾਲ ਹੈ, ਅਮਰਪ੍ਰੀਤ ਨੂੰ ਤਾਂ ਕੋਈ ਨਹੀਂ ਫੰਡਿੰਗ ਕਰ ਰਿਹਾ। ਅਮਰਪ੍ਰੀਤ ਨੂੰ ਕੋਈ ਪਰਸਨਲੀ ਜਾਂ ਕੋਈ ਫੰਡਿੰਗ ਕਰ ਰਿਹਾ ਹੋਵੇ ਤਾਂ ਅਮਰਪ੍ਰੀਤ ਦੇ ਸਵਾਲ ਨੇ। ਇਹ ਸਵਾਲ ਸਾਰੇ ਖਾਲਸਾ ਏਡ ਦੇ ਰਿਲੇਟਡ ਸੀ ਔਰ ਉਹਨਾਂ ਨੇ ਖਾਲਸਾ ਏਡ ਦੇ ਵੀ ਅਕਾਊਂਟਸ ਜਾਂ ਕੁਝ ਸਟੇਟਮੈਂਟਸ ਉਹ ਸਾਰਾ ਕੁਝ ਉਹਨਾਂ ਨੇ ਮੈਨੂੰ ਇੱਕ ਲਿਸਟ ਦਿੱਤੀ ਹੈ। ਉਹ ਡਾਕੂਮੈਂਟੇਸ਼ਨ ਲੈ ਕੇ ਵੀ ਉਹਨਾਂ ਤੱਕ ਪਰਸੋਂ ਜਿਹੜਾ ਉਹ ਪਹੁੰਚਣਾ। ਸਰ ਕੋਈ ਮੋਬਾਈਲ ਵਗੈਰਾ ਵੀ ਜ਼ਬਤ ਵਗੈਰਾ? ਹਾਂਜੀ, ਮੇਰਾ ਮੋਬਾਈਲ ਉਹਨਾਂ ਨੇ ਸੀਜ਼ ਕੀਤਾ ਔਰ ਕੁਝ ਆਫੀਸ਼ੀਅਲ ਡਾਕੂਮੈਂਟਸ ਸਾਡੇ ਖਾਲਸਾ ਏਡ ਦੇ ਆਫਿਸ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਲੈ ਕੇ ਜਾਣਾ ਚਾਹੁੰਦੇ ਹਾਂ। ਉਹ ਬਕਾਇਦਾ ਆਪਣੇ ਪ੍ਰੋਟੋਕੋਲ ਦੇ ਅਕੋਰਡਿੰਗਲੀ ਉਹ ਦੇ ਕੇ ਗਏ ਨੇ ਕਿ ਇਹ ਚੀਜ਼ਾਂ ਉਹ ਲੈ ਕੇ ਚੱਲੇ ਨੇ। ਮੋਬਾਈਲ ਇੱਕ ਸੀ ਕਿ ਦੋ ਲੈ ਕੇ ਗਏ ਜਿਹੜੇ? ਨਹੀਂ, ਮੇਰੇ ਕੋਲ ਇੱਕ ਮੋਬਾਈਲ ਸੀਗਾ ਜੀ, ਉਹ ਲੈ ਕੇ ਗਏ ਨੇ ਜੀ। ਹਾਂਜੀ, ਕਿਸਾਨੀ ਅੰਦੋਲਨ ਚੱਲ ਰਿਹਾ ਸੀ ਉਸ ਤਰੀਕੇ ਉਦੋਂ ਵੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਹੋਈ ਸੀ NIA ਦੇ ਵੱਲੋਂ ਤੇ ਹੁਣ ਜਦੋਂ ਹੜ੍ਹ ਆਏ ਹੋਏ ਪੰਜਾਬ ਦੇ ਵਿੱਚ ਸੇਵਾ ਤੁਸੀਂ ਕਰ ਰਹੇ ਹੋ ਤੇ ਹੁਣ ਫੇਰ ਇਸ ਨਹੀਂ ਦੇਖੋ ਜਦੋਂ 2000 ਤਕਰੀਬਨ 14 ਤੇ ਜਦੋਂ ਮੈਂ ਖਾਲਸਾ ਏਡ ਦੇ ਨਾਲ ਜੁੜਿਆ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਇਨਕੁਆਇਰੀਜ਼ ਫੇਸ ਕੀਤੀਆਂ, ਚਾਹੇ ਉਹ ਸੈਂਟਰ ਦੀਆਂ ਨੇ ਚਾਹੇ ਉਹ ਸਟੇਟ ਦੀਆਂ ਨੇ। ਪਰ ਜਦੋਂ ਵੀ ਕੋਈ ਲਾਈਮਲਾਈਟ ਵਾਲਾ ਪ੍ਰੋਜੈਕਟ ਹੁੰਦਾ, ਚਾਹੇ ਉਹ ਕਿਸਾਨੀ ਮੋਰਚਾ ਹੈ ਚਾਹੇ ਹੁਣ ਪੰਜਾਬ ਦੇ ਵਿੱਚ ਹੜ੍ਹਾਂ ਦੇ ਵਿੱਚ ਘਰ ਚੱਲ ਰਹੇ ਨੇ, ਠੀਕ ਹੈ ਜ਼ਰੂਰ ਕੋਈ ਸ਼ਰਾਰਤੀ ਅਨਸਰ ਹੁੰਦੇ ਹੋਣਗੇ, ਅਸੀਂ ਵੀ ਉਹਨਾਂ ਦੇ ਖਿਲਾਫ ਹਾਂ। ਬਟ ਜਿਹੜੀ ਜਥੇਬੰਦੀ ਲੋਕਾਂ ਨੂੰ ਤੁਸੀਂ ਅੱਜ ਕੋਈ ਵੀ ਏਰੀਆ ਦੇ ਵਿੱਚ ਘਰ ਜਾ ਕੇ ਪੁੱਛੋ ਵੀ ਕਿਹੜੀ ਸੰਸਥਾ ਕੰਮ ਕਰ ਰਹੀ ਹੈ, ਅਗਰ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਖਾਲਸਾ ਏਡ ਹੈ ਤੇ ਦੈਨ ਇਸ 'ਚ ਮਤਲਬ ਟਾਰਗੇਟ ਹੀ ਮੰਨਿਆ ਜਾ ਸਕਦਾ ਹੈ। ਸੋ ਅਸੀਂ ਅੱਜ ਦੀ ਡੇਟ 'ਚ ਵੀ ਪ੍ਰੈਜ਼ੈਂਟਲੀ ਸਾਡੇ ਇੰਨੇ ਕੰਮ ਚੱਲ ਰਹੇ ਨੇ, ਇੰਨੇ ਪ੍ਰੋਜੈਕਟਸ ਚੱਲ ਰਹੇ ਨੇ, ਸਕੂਲ ਹਸਪੀਟਲ ਬੱਚਿਆਂ ਦੀ ਐਜੂਕੇਸ਼ਨ ਵੈਲਫੇਅਰ ਘਰ ਬਣਾਏ ਜਾ ਰਹੇ ਨੇ। ਸੋ ਸੇਵਾ ਦੇ ਉੱਤੇ ਕੁਐਸਚਨ ਕਿਉਂ ਹੈ? ਮੈਂ ਤਾਂ ਮਤਲਬ ਇਸ ਗੱਲ ਤੋਂ ਸ਼ੌਕਡ ਹਾਂ ਕਿ ਇਸ ਟਾਈਮ ਦੇ ਉੱਤੇ ਇਹ ਚੀਜ਼ ਹੋਣੀ ਉਹ ਸਾਡੀ ਟੀਮ ਨੂੰ ਬਹੁਤ ਉਹਨਾਂ ਦਾ ਮੋਰਾਲ ਡਾਊਨ ਕਰਨ ਲਈ ਗੱਲ। ਇੱਕ ਹੋਰ ਸਵਾਲ ਹੈ, ਦੇਖੋ ਜਿਹੜਾ ਵੀ ਕੋਈ ਸਵਾਲ ਖਾਲਸਾ ਏਡ ਇੰਡੀਆ ਦੇ ਸੰਬੰਧ ਦੇ ਵਿਚਕਾਰ ਹੈਗਾ, ਜੋ ਪੰਜਾਬ ਦੇ ਵਿਚਕਾਰ ਜਾਂ ਇੰਡੀਆ ਦੇ ਵਿਚਕਾਰ ਤਕਰੀਬਨ ਹੁਣ ਤੱਕ ਅਸੀਂ 40 ਤੋਂ 50 ਮਿਸ਼ਨਸ ਦੇ ਵਿਚਕਾਰ ਪੈਨ ਇੰਡੀਆ ਦੇ ਵਿਚਕਾਰ ਕੰਮ ਕਰ ਚੁੱਕੇ ਹਾਂ। ਕਿੱਥੇ ਕੋਈ ਕਨਫਲਿਕਟ ਹੈ, ਕਿੱਥੇ ਕੋਈ ਬਾੜ ਆਈ ਹੈ, ਕਿੱਥੇ ਕੋਈ ਅਰਥਕੁਏਕ ਆਇਆ, ਕੋਈ ਵੀ ਮਤਲਬ ਲੜਾਈ ਲੱਗੀ ਹੈ, ਅਸੀਂ ਸਹਾਰਨਪੁਰ ਦੰਗੇ ਹੋਏ ਨੇ, ਦਿੱਲੀ ਦੰਗੇ ਹੋਏ ਨੇ, ਹਰ ਇੱਕ ਜਗ੍ਹਾ ਤੇ ਆਪਣੇ ਆਪ ਨੂੰ ਉੱਥੇ ਜਾ ਕੇ ਅਸੀਂ ਸੇਵਾ ਨਿਭਾਈ ਹੈ। ਪਰ ਉਸ ਦੀ ਜਵਾਬਦੇਹੀ ਅਮਰਪ੍ਰੀਤ ਦੇ ਸਕਦਾ। ਪਰ ਜੇ ਕੋਈ ਸਾਡਾ ਕੋਈ ਵੋਲੰਟੀਅਰ ਹੋਵੇ, ਕੋਈ ਹੋਰ ਸਾਡੇ ਨਾਲ ਐਸੋਸੀਏਟਿਡ ਬੰਦਾ ਹੋਵੇ, ਉਹਦੀ ਆਈਡੀਓਲੋਜੀ ਕੋਈ ਡਿਫਰੈਂਟ ਹੋਵੇ, ਉਸ ਦਾ ਜ਼ਿੰਮੇਵਾਰ ਅਮਰਪ੍ਰੀਤ ਨਹੀਂ ਹੋ ਸਕਦਾ, ਉਸ ਦਾ ਜ਼ਿੰਮੇਵਾਰ ਖਾਲਸਾ ਏਡ ਪੂਰੀ ਸੰਸਥਾ ਨਹੀਂ ਹੋ ਸਕਦੀ। ਤੇ ਖਾਲਸਾ ਏਡ ਦੀ ਆਈਡੀਓਲੋਜੀ ਸਾਰਿਆਂ ਨੂੰ ਕਲੀਅਰ ਹੈ। ਅਸੀਂ ਈਵਨ ਜਦੋਂ ਸਾਡੀ ਇੰਡਕਸ਼ਨਸ ਹੁੰਦੀਆਂ, ਸਾਡੇ ਵੋਲੰਟੀਅਰ ਬਣਦੇ ਨੇ, ਅਸੀਂ ਉਹਨਾਂ ਦੀ ਟ੍ਰੇਨਿੰਗ ਕਰਦੇ ਹਾਂ ਕਿ ਖਾਲਸਾ ਏਡ ਨਾ ਹੀ ਕੋਈ ਧਰਮ ਦੇ ਆਧਾਰ ਤੇ ਚੱਲ ਰਹੀ ਹੈ, ਅਸੀਂ ਸਿੱਖ ਪ੍ਰਿੰਸੀਪਲ ਨੂੰ ਅੱਗੇ ਲੈ ਕੇ ਜਾ ਰਹੇ ਹਾਂ, ਸਿੱਖ ਪ੍ਰਿੰਸੀਪਲਸ ਦੇ ਅਕੋਰਡਿੰਗਲੀ ਅੱਗੇ ਚੱਲਦੇ ਹਾਂ। ਪਰ ਇਹ ਕਿਸੇ ਧਰਮ ਤੱਕ ਸੀਮਤ ਨਹੀਂ ਗੀ, ਕਿਸੇ ਜਾਤ ਤੱਕ ਸੀਮਤ ਨਹੀਂ, ਕਿਸੇ ਪੋਲੀਟੀਕਲ ਪਾਰਟੀ ਤੱਕ ਸੀਮਤ ਨਹੀਂ। ਅੱਜ ਤੱਕ ਅਸੀਂ ਆਪਣੇ ਆਪ ਨੂੰ ਬਿਲਕੁਲ ਨੌਨ ਪੋਲੀਟੀਕਲ ਔਰ ਨੌਨ ਰਿਲੀਜੀਅਸ ਹੋ ਕੇ ਚੱਲੇ ਹਾਂ।
ਸੋ ਇਹੀ ਸਾਡਾ ਏਜੰਡਾ ਹੈ ਔਰ ਇਹੀ ਸਾਡਾ ਏਮ ਹੈ ਕਿ ਅਸੀਂ ਇਸੇ ਤਰੀਕੇ ਨਾਲ ਹੀ ਚੱਲਣਾ ਹੈ। ਬਟ ਫਿਰ ਵੀ ਅਗਰ ਕੋਈ ਕਿਸੇ ਦੇ ਪਰਸਨਲ ਵਿਊਜ਼ ਕੋਈ ਸੋਸ਼ਲ ਮੀਡੀਆ ਤੇ ਪਾ ਰਿਹਾ ਹੈ ਜਾਂ ਕੋਈ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਕਰ ਰਿਹਾ ਹੈ, ਉਸ ਦੇ ਆਨਸਰੇਬਲ ਸਾਨੂੰ ਨਹੀਂ ਹੋਣਾ ਚਾਹੀਦਾ। ਅਮਰਪ੍ਰੀਤ ਕੀਤੀ ਹੈ ਦੇਖੋ ਇਹੀ ਤਾਂ ਮਤਲਬ ਸ਼ੌਕ ਦੇ ਵਿਚਕਾਰ ਮੈਂ ਆ। ਅੱਜ ਕੁਦਰਤੀ ਮੇਰਾ ਜਨਮ ਦਿਨ ਵਾਲਾ ਦਿਨ ਹੈ, ਠੀਕ ਹੈ। ਮੇਰੇ ਘਰੇ ਸਵੇਰੇ ਆ ਕੇ ਇੱਕਦਮ ਨੌਕ ਕੀਤਾ। ਪਹਿਲਾਂ ਤਾਂ ਮੈਂ ਇਹੀ ਸਰਪ੍ਰਾਈਜ਼ ਸੀਗਾ ਕਿ ਸ਼ਾਇਦ ਕੋਈ ਮੇਰੇ ਦੋਸਤ ਮਿੱਤਰ ਸਰਪ੍ਰਾਈਜ਼ ਦੇਣ ਆਇਆ, ਬਟ ਜਦੋਂ ਮੈਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ 15-16 ਜਣੇ ਪੁਲਿਸ ਵਾਲੇ ਨਾਲ NIA ਦੇ ਸਟਾਫ ਸਾਰੇ ਰੇਡ ਮਾਰਨ ਆਏ ਔਰ ਹੱਥ ਖੜੀਆਂ ਫੜੀਆਂ ਹੋਈਆਂ ਜਿਵੇਂ ਅਸੀਂ ਕੋਈ ਕ੍ਰਾਈਮ ਕਰ ਰਹੇ ਹਾਂ ਔਰ ਇਦਾਂ ਦੀ ਕੁਐਸਚਨਿੰਗ ਆ ਕੇ ਉਹਨਾਂ ਨੇ ਪੁੱਛੀ। ਸੋ ਇਹ ਹਰਟ ਕਰਦੀਆਂ ਸਾਨੂੰ ਚੀਜ਼ਾਂ ਕਿ ਸਾਡੇ ਵਰਗਾ ਯੂਥ, ਸਾਡੇ ਵਰਗੇ ਹੋਰ ਨਾਲ ਹਜ਼ਾਰਾਂ ਵੋਲੰਟੀਅਰ ਜੁੜੇ ਨੇ ਪੰਜਾਬ ਦੇ ਵਿੱਚ। ਘਰ ਵੀ ਅਗਰ ਮੈਂ ਕਰਾਂ ਕਿ 10-20 ਹਜ਼ਾਰ ਵੋਲੰਟੀਅਰ ਸਾਡੇ ਕੋਲੇ ਮਤਲਬ ਨਾਲ ਜੁੜਿਆ ਹੋਇਆ। ਅਗਰ ਤੁਸੀਂ ਇਸ ਤਰੀਕੇ ਨਾਲ ਉਹਨਾਂ ਦਾ ਮੋਰਲ ਡਾਊਨ ਕਰਨਾ ਹੈ ਕਿ ਉਹ ਆਪਣੀ ਸਮਾਜ ਦੀ ਸੇਵਾ ਹੀ ਨਾ ਕਰ ਸਕਣ ਜਾਂ ਉਹ ਇੰਨੇ ਕੁ ਡਰ ਜਾਣ ਕਿ ਦਹਿਸ਼ਤ ਫੈਲ ਜੇ ਉਹਨਾਂ ਦੇ ਵਿਚਕਾਰ। ਅੱਜ ਸਵੇਰ ਦੇ ਸਾਰੇ ਵੋਲੰਟੀਅਰਸ ਦੀਆਂ ਮੈਨੂੰ ਟਰਾਈ ਕਰ ਰਹੇ ਨੇ ਫੋਨ ਕਰਨ ਦੀ, ਮੇਰੇ ਤੱਕ ਰੀਚ ਆਊਟ ਕਰ ਰਹੇ ਨੇ, ਨਾਲ ਦੇ ਮਿੱਤਰਾਂ ਨੂੰ ਫੋਨ ਕਰ ਰਹੇ ਕਿ ਇਹ ਹੋ ਕੀ ਰਿਹਾ। ਇੱਕ ਪਾਸੇ ਸਾਡੇ ਮਿਸ਼ਨ ਚੱਲ ਰਹੇ, ਅੱਜ ਵੀ ਪੰਜਾਬ ਹਰਿਆਣੇ ਵਿਚਕਾਰ ਸਾਡੇ 18 ਤੋਂ 20 ਲੋਕੇਸ਼ਨਸ ਦੇ ਉੱਤੇ ਪ੍ਰੋਜੈਕਟ ਚੱਲ ਰਹੇ, ਅਲੱਗ-ਅਲੱਗ ਜ਼ਿਲ੍ਹਿਆਂ 'ਚ ਕੰਮ ਚੱਲ ਰਹੇ। ਔਰ ਜਿਹੜਾ ਸਵਾਲ ਤੁਸੀਂ ਕੀਤਾ, ਅਸੀਂ ਆਪ ਸ਼ੌਕਡ ਹਾਂ ਭਾਈ ਸਾਹਿਬ ਇਸ ਤੋਂ। ਸਾਨੂੰ ਆਪ ਹੀ ਨਹੀਂ ਸਮਝ ਆ ਰਿਹਾ ਕਿ ਹੋ ਕੀ ਰਿਹਾ ਸਾਡੇ ਨਾਲ ਇਹ। ਅਮਰਪ੍ਰੀਤ ਜੀ, ਪਰਿਵਾਰ ਰਵੀ ਸਿੰਘ ਦੀ ਗੱਲ ਕੀਤੀ ਜਾਵੇ, ਉਹਨਾਂ ਨੂੰ ਤੁਸੀਂ ਜਬਤ ਹੋਈ ਹੈ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਨਹੀਂ, ਮੇਰੀ ਹਜੇ ਤੱਕ ਮੇਰੇ ਕੋਲ ਮੇਰਾ ਫੋਨ ਹੀ ਨਹੀਂ ਹੈਗਾ ਜੀ। ਸੋ ਇਸ ਕਰਕੇ ਮੈਂ ਹਜੇ ਤੱਕ ਤਾਂ ਮਤਲਬ ਉਸ ਸ਼ੌਕ ਦੇ ਵਿੱਚ ਘਾਟ ਸੀ। ਪਹਿਲਾਂ ਵੀ ਮੀਡੀਆ ਵਾਲੇ ਗੁਰਪ੍ਰੀਤ ਸਿੰਘ ਨਾਲ ਹੋਰ ਸਾਡੇ ਸਟਾਫ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਮੈਂ ਪਰਸਨਲੀ ਇਸ ਚੀਜ਼ ਨੂੰ ਪਹਿਲਾਂ ਐਡਰੈਸ ਕਰਨਾ ਚਾਹੁੰਦਾ ਸੀ ਕਿ ਸਾਡੇ ਨਾਲ ਹੋਇਆ ਕੀ ਹੈ, ਕਿਉਂਕਿ ਹਰ ਇੱਕ ਦੇ ਫੋਨ ਕਾਲ ਸਟਾਫ ਨੂੰ, ਵੋਲੰਟੀਅਰਸ ਨੂੰ, ਹਰ ਇੱਕ ਸਟਾਫ ਵੀ ਈਵਨ ਹੁਣ ਸਾਡੇ ਕੋਲੇ ਇੰਨੀਆਂ ਕੁੜੀਆਂ ਕੰਮ ਕਰਦੀਆਂ, ਬੱਚੇ ਕੰਮ ਕਰਦੇ ਨੇ। ਸੋ ਜਿਹੜੇ ਵੋਲੰਟੀਅਰ ਕਰਨ ਲਈ ਪਰਿਵਾਰ ਆਉਂਦੇ ਨੇ, ਬੱਚੇ ਆਉਂਦੇ ਨੇ, ਅਸੀਂ ਉਹਨਾਂ ਦੇ ਮਨ 'ਚ ਦਹਿਸ਼ਤ ਨਹੀਂ ਫੈਲਾਉਣਾ ਚਾਹੁੰਦੇ। ਉਹਨਾਂ ਨੂੰ ਇਹ ਨਹੀਂ ਡਰ ਮਹਿਸੂਸ ਹੋਣਾ ਚਾਹੀਦਾ ਕਿ ਉਹ ਕਿਸੇ ਇਹੋ ਜਿਹੀ ਆਰਗੇਨਾਈਜੇਸ਼ਨ ਨਾਲ ਜੁੜੇ ਨੇ ਜਿੱਥੇ ਕਿ ਸਹੀ ਕੰਮ ਨਹੀਂ ਹੋ ਰਿਹਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਅਸੀਂ ਇਹ ਸੋਚਿਆ ਕਿ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਜਾਵੇ। ਇਹ ਸਵਾਲ ਜਵਾਬ ਤੁਹਾਨੂੰ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਕੋਈ ਸਵਾਲ ਜਵਾਬ ਕੀਤਾ ਉਹਨਾਂ ਨੇ? ਨਹੀਂ, ਬਿਲਕੁਲ ਜੀ। ਉਹਨਾਂ ਦਾ ਜੋ ਉਹਨਾਂ ਦਾ ਪ੍ਰੋਟੋਕਾਲ ਸੀ ਜਾਂ ਜੋ ਉਹਨਾਂ ਦਾ ਪ੍ਰੋਸੀਜਰ ਹੁੰਦਾ, ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ ਕਿ ਬਹੁਤ ਇਨਕੁਆਇਰੀਜ਼ ਹੋਈਆਂ। ਹਰ ਵਾਰ ਅਸੀਂ ਕੋਆਪਰੇਟ ਕੀਤਾ ਕਿ ਤੁਸੀਂ ਸਾਨੂੰ ਸੱਦੋ, ਅਸੀਂ ਤੁਹਾਡੇ ਕੋਲ ਆਵਾਂਗੇ। ਕਿਸਾਨੀ ਮੋਰਚੇ ਵੇਲੇ ਵੀ ਇਹ ਗੱਲ ਹੋਈ ਹੈ ਕਿ ਸਾਨੂੰ NIA ਦੇ ਨੋਟਿਸਿਸ ਦਿੱਤੇ ਗਏ, ਮੈਨੂੰ ਦਿੱਤਾ, ਗੁਰਪ੍ਰੀਤ ਨੂੰ ਆਇਆ, ਸਾਡੇ ਹੋਰ ਬੰਦਿਆਂ ਨੂੰ ਆਇਆ ਔਰ ਸਾਡੇ ਬੰਦੇ ਉੱਥੇ ਗਏ ਵੀ। ਅਸੀਂ ਜੋ ਉਹਨਾਂ ਦੀ ਇਨਕੁਆਇਰੀ ਸੀਗੀਆਂ ਅਸੀਂ ਪੂਰੀਆਂ ਕੀਤੀਆਂ। ਪਰ ਇਸ ਤਰੀਕੇ ਦੇ ਨਾਲ ਆ ਕੇ ਘਰਾਂ ਦੀ ਫਰੋਲਾ ਫਰਾਲੀ ਕਰਨੀ, ਸਾਰਾ ਸਮਾਨ ਉਥਲ ਪੁਥਲ ਕਰਨਾ, ਚਾਹੇ ਉਹਨਾਂ ਨੇ ਸਾਰਾ ਕੁਝ ਡਾਕੂਮੈਂਟਡ ਕੀਤਾ ਕਿ ਅਸੀਂ ਆਹ ਚੈੱਕ ਕਰਨਾ ਚਾਹੁੰਦੇ ਹਾਂ, ਬਟ ਫੈਮਿਲੀ ਹੈ, ਮੇਰਾ ਛੋਟਾ ਬੱਚਾ ਹੈ, ਉਹ ਸੁੱਤਾ ਹੋਇਆ ਸੀ ਬੈੱਡ ਦੇ ਉੱਤੇ, ਸਵੇਰੇ 5:30-6 ਵਜੇ ਦੀ ਗੱਲ ਹੈ। ਔਰ ਇਨਵੈਸਟੀਗੇਸ਼ਨ ਦੌਰਾਨ ਕਹਿੰਦੇ ਇਹਨੂੰ ਉੱਠ ਕੇ ਬਾਹਰਲੇ ਬੈੱਡ ਤੇ ਪਾਓ, ਅਸੀਂ ਬੈੱਡ ਦੇ ਬਾਕਸ ਖੋਲ ਕੇ ਚੈੱਕ ਕਰਨੇ। ਠੀਕ ਹੈ, ਉਹਨਾਂ ਦਾ ਪ੍ਰੋਸੈਸ ਹੋਏਗਾ, ਉਹਨਾਂ ਦਾ ਪ੍ਰੋਸੀਜਰ ਹੋਏਗਾ, ਬਟ ਇਨਸਾਨੀਅਤ ਦੇ ਤੌਰ ਤੇ ਸਾਨੂੰ ਇਹ ਚੀਜ਼ਾਂ ਹਰਟ ਹੁੰਦੀਆਂ ਨੇ ਕਿ ਅਸੀਂ ਇਨਸਾਨੀਅਤ ਦੀ ਸੇਵਾ ਕਰ ਰਹੇ ਹਾਂ, ਅਸੀਂ ਹਰ ਇੱਕ ਦਾ ਦੁੱਖ ਦਰਦ ਸਮਝਦੇ ਹਾਂ, ਤੇ ਜਦੋਂ ਸਾਡੇ ਨਾਲ ਇਦਾਂ ਹੋ ਰਿਹਾ ਤਾਂ ਉਹ ਕਿਤੇ ਨਾ ਕਿਤੇ ਬਹੁਤ ਦੁਖਦਾਇਕ ਹੈ। ਦਸਤਾਵੇਜ਼ ਤੁਹਾਡੇ ਘਰ ਚੋਂ ਲੈ ਕੇ ਗਏ ਨੇ? ਦਸਤਾਵੇਜ਼ ਜਿਹੜੇ ਲੈ ਕੇ ਗਏ ਨੇ ਆਫਿਸ ਤੋਂ ਲੈ ਕੇ ਗਏ ਨੇ। ਮੋਬਾਈਲ ਮੇਰਾ ਆਪਣਾ ਪਰਸਨਲ ਸੀਗਾ ਜਿਹੜਾ ਉਹ ਲੈ ਕੇ ਗਏ ਨੇ। ਕਿਸੇ ਹਿੰਦੀ ਪਾਰਟੀ ਨਾ ਜੀ ਕਿ ਸਾਡੇ ਕੋਲੇ ਪ੍ਰੋਪਰਲੀ ਅਸੀਂ ਗਵਰਨਮੈਂਟ ਦੇ ਨਾਲ ਰਜਿਸਟਰਡ ਹਾਂ ਫਰੋਮ ਦਾ 2014 2014 ਤੋਂ ਲੈ ਕੇ ਹੁਣ ਤੱਕ ਸਾਨੂੰ ਕੋਈ ਇਹੋ ਜੀ ਐਂਟੀ ਨੈਸ਼ਨਲ ਕੋਈ ਫੰਡਿੰਗ ਆਈ ਹੋਵੇ ਜਾਂ ਕੋਈ ਇਹੋ ਜੀ ਸਾਡੀ ਐਕਟੀਵਿਟੀ ਵੀ ਤੁਹਾਨੂੰ ਲੱਗੀ ਹੋਵੇ ਕਿ ਅਸੀਂ ਕੋਈ ਐਂਟੀ ਨੈਸ਼ਨਲ ਕੰਮ ਕਰ ਰਹੇ ਹਾਂ ਜਾਂ ਐਂਟੀ ਰਿਲੀਜਨ ਕੋਈ ਕੰਮ ਕਰ ਰਹੇ ਹਾਂ, ਤੇ ਅਸੀਂ ਜਵਾਬਦੇਹੀ ਹਾਂ ਉਸ ਚੀਜ਼ ਦੇ। ਬਟ ਹਰ ਇੱਕ ਚੀਜ਼ ਦਾ ਇੱਕ ਪ੍ਰੋਸੀਜਰ ਹੁੰਦਾ, ਇੱਕ ਪ੍ਰੋਸੈਸ ਹੁੰਦਾ। ਇਸ ਤਰ੍ਹਾਂ ਦਹਿਸ਼ਤ ਫੈਲਾ ਕੇ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਦੁੱਖ ਦਿੰਦੀ ਹੈ। ਤੇ 19 ਤਰੀਕ ਨੂੰ ਨਹੀਂ, ਬੰਦਾ ਹੋਏਗਾ ਜੀ, ਖਾਲਸਾ ਏਡ ਸੰਬੰਧਿਤ ਕਿੱਥੇ ਹੋ ਸਕਦੀ ਹੈ? ਅਗਰ ਕੋਈ ਬੰਦਾ ਹੈਗਾ ਵੀ ਹੈ ਤੇ ਕਾਨੂੰਨ ਦੇ ਅਕੋਰਡਿੰਗਲੀ ਉਸ ਤੇ ਪ੍ਰੋਪਰਲੀ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ। ਜੇ ਕੋਈ ਵੀ ਕਿਸੇ ਦੇਸ਼ ਦਾ, ਕਿਸੇ ਝੰਡੇ ਦਾ ਕੋਈ ਅਪਮਾਨ ਕਰ ਰਿਹਾ, ਉਹ ਚੰਗੀ ਗੱਲ ਨਹੀਂ ਹੈ। ਅਸੀਂ ਖਾਲਸਾ ਏਡ ਨੂੰ ਇੱਕ ਲੀਗਲ ਸਟਰਕਚਰ ਦੇ ਵਿਚਕਾਰ, ਲੀਗਲ ਬਾਉਂਡਰੀ ਦੇ ਵਿਚਕਾਰ ਰਹਿ ਕੇ ਅਸੀਂ ਕੰਮ ਕਰਦੇ ਹਾਂ ਤੇ ਅਸੀਂ ਇਦਾਂ ਹੀ ਕਰਾਂਗੇ। ਨਹੀਂ, ਪਰਸਨਲ ਰੰਜਿਸ਼ 'ਚ ਉਹ ਅਗਰ ਤਾਂ ਉਹ ਇੰਨੀ ਸੇ ਰੱਖਦਾ ਹੋਵੇ ਕਿ ਉਹ ਗਵਰਨਮੈਂਟ ਨੂੰ ਚਲਾ ਸਕਦਾ ਹੋਏਗਾ ਫਿਰ ਤਾਂ ਅਸੀਂ ਮੰਨ ਸਕਦੇ ਹਾਂ। ਬਟ ਮੈਨੂੰ ਲੱਗਦਾ ਨਹੀਂ ਜੀ ਕਿ ਕੋਈ ਇੱਕ ਸਟਾਰ ਇਸ ਤਰੀਕੇ ਦੇ ਨਾਲ ਗਵਰਨਮੈਂਟ ਨੂੰ ਔਰ NIA ਨੂੰ ਚੈਲੰਜ ਕਰਕੇ ਇਹ ਕਵੇ ਕਿ ਇਹਨਾਂ ਦੇ ਘਰੇ ਰੇਡ ਕਰੋ, ਉਹ ਵੀ ਸਿਰਫ ਖੁੰਦਕ ਕਰਕੇ। ਸੋ